ਕਹਿੰਦੇ ਰੱਬ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ, ਪਰ ਅਦਾਲਤ ਦੇ ਵਿੱਚ ਲੱਗੀ ਮੁੱਦਈ ਦੀ ਅਰਜ਼ੀ ਦੇ ਨਾਲ ਜੇਕਰ ਚਸ਼ਮਦੀਦ ਗਵਾਹਾਂ ਦੀ ਗਵਾਹੀ ਜੁੜ ਜੇ ਤਾਂ ਗੱਲ ਕਮਾਲ ਹੋ ਜਾਂਦੀ ਹੈ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸੁਮੇਧ ਸਿੰਘ ਸੈਣੀ ਤੇ ਮੁਲਤਾਨੀ ਵਾਲੇ ਮਾਮਲੇ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ। ਕਿਵੇਂ 3 ਮੁਲਜ਼ਮ ਹੁਣ ਗਵਾਹੀ ਦੇਣ ਨੂੰ ਤਿਆਰ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਪੀੜਤ ਪੱਖ ਤੇ ਵਕੀਲ ਪ੍ਰਦੀਪ ਵਿਰਕ ਮੌਜੂਦ ਨੇ। ਸਰ, ਕਿਵੇਂ ਹੋਇਆ? 3 ਸੁਣਿਆ ਕਿ ਜਿਹੜੇ ਮੁਲਜ਼ਮ ਨੇ ਇੰਸਪੈਕਟਰ ਹੁਣ ਉਹ ਗਵਾਹੀ ਦੇਣ ਨੂੰ ਤਿਆਰ ਨੇ। ਇਹਨੂੰ ਜੀ ਵਾਦਾ ਮਾਫ ਗਵਾਹ ਬਣਨ ਲਈ ਕਿਹਾ ਜਾਂਦਾ ਹੈ। ਤੇ ਇਹਦੇ ਵਿੱਚ 4 ਐਕਿਊਜ਼ ਜਿਹੜੇ ਸੀਗੇ ਸ਼ੁਰੂ, ਜਿਨ੍ਹਾਂ ਨੇ ਅਗਰਿਮ ਜ਼ਮਾਨਤ ਲਾ ਕੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਕੋਰਟ ਵੱਲੋਂ 19 ਮਈ ਨੂੰ ਅਗਰਿਮ ਜ਼ਮਾਨਤ ਮਿਲੀ ਸੀ। ਉਹਨਾਂ 'ਚੋਂ 3 ਜਾਣਿਆਂ ਨੇ ਜਿਹੜੇ ਵਾਦਾ ਮਾਫ ਗਵਾਹ ਬਣਨ ਦੇ ਲਈ ਅਰਜ਼ੀ ਲਾਈ ਕੋਰਟ ਦੇ ਵਿੱਚ। ਹੁਣ ਉਹਦੇ ਵਿੱਚ ਉਹਨਾਂ ਦੇ ਬਿਆਨ ਵੀ ਰਿਕਾਰਡ ਹੋ ਗਏ ਔਰ ਉਹਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਨੋ ਆਬਜੈਕਸ਼ਨ ਵੀ ਦੇ ਦਿੱਤਾ ਗਿਆ। ਤੇ ਕੋਰਟ ਨੇ ਹੁਣ ਇਹਦੇ ਵਿੱਚ ਇਹ ਡਾਇਰੈਕਸ਼ਨ ਕੀਤੀ ਹੈ ਕਿ ਉਹ ਤਿੰਨੋਂ ਜਿਹੜੇ ਵਾਦਾ ਮਾਫ ਗਵਾਹ ਬਣਨ ਲਈ ਕੋਰਟ ਦੇ ਵਿੱਚ ਆਏ ਹੈ, ਉਹਨਾਂ ਨੂੰ ਇਨਵੈਸਟੀਗੇਟਿਵ ਏਜੰਸੀ ਜਿਹੜੀ ਹੈਗੀ ਹੈ, ਹੁਣ ਉਹ SIT ਉਹਨਾਂ ਦੇ ਵੱਲੋਂ ਐਪਲੀਕੇਸ਼ਨ ਫਾਈਲ ਕਰੂਗੀ ਕਿ ਜੀ ਅਸੀਂ ਇਹਨਾਂ ਨੂੰ ਵਾਦਾ ਮਾਫ ਗਵਾਹ ਬਣਾਉਣਾ ਚਾਹੁੰਦੇ ਹਾਂ। ਇਕੱਲੇ ਨੋ ਆਬਜੈਕਸ਼ਨ ਨਾਲ ਗੁਜ਼ਾਰਾ ਨਹੀਂ ਹੋਊਗਾ, ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਨੀ ਪੈਣੀ ਔਰ ਉਸ ਤੋਂ ਬਾਅਦ ਇਹਨਾਂ ਤੋਂ ਪੂਰੀ ਡਿਟੇਲ ਇਹ ਕੋਰਟ ਨੂੰ ਦੇਣਗੇ ਕਿ ਕਿਸ ਤਰ੍ਹਾਂ, ਕੀ ਇਹਨਾਂ ਕੋਲ ਨੌਲੇਜ ਹੈ, ਕੀ ਹੋਇਆ ਔਰ ਇਹਨਾਂ ਨੇ ਕੀ ਰੋਲ ਪਲੇ ਕੀਤਾ। ਉਸ ਤੋਂ ਬਾਅਦ ਕੋਰਟ ਕੰਸੀਡਰ ਕਰੂਗੀ ਕਿ ਇਹਨਾਂ ਨੂੰ ਵਾਦਾ ਮਾਫ ਗਵਾਹ, ਮਤਲਬ ਇਹਨਾਂ ਨੂੰ ਮਾਫੀ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ, ਇਹਨਾਂ ਨੂੰ ਵਾਦਾ ਮਾਫ ਗਵਾਹ ਬਣਾਇਆ ਜਾਵੇ ਜਾਂ ਨਾ ਬਣਾਇਆ ਜਾਵੇ। ਸਰ, ਤੁਸੀਂ ਕਿਹਾ ਕੋਰਟ ਡਿਸਾਈਡ ਕਰੂੰਗੀ ਵਾਦਾ ਮਾਫ ਗਵਾਹ ਬਣਾਇਆ ਜਾਵੇ ਜਾਂ ਫਿਰ ਨਾ ਬਣਾਇਆ ਜਾਵੇ, ਪਰ ਜੋ ਕੁਝ ਵੀ ਉਹ ਆਪਣੀ ਗਵਾਹੀ ਦੇ ਵਿੱਚ ਜਾਂ ਬਿਆਨਾਂ ਦੇ ਵਿੱਚ ਦਰਜ ਕਰਵਾਉਣਗੇ ਉਸ 'ਤੇ ਤਾਂ ਗੌਰ ਕੀਤਾ ਜਾਵੇਗਾ। ਦੇਖੋ, ਉਹ ਬਿਆਨ ਤਾਂ ਕੰਸੀਡਰ ਹੁੰਦੇ ਹੈ ਜੇ ਇੱਕ ਇਨਸਾਨ ਨੂੰ ਮਾਫੀ ਕੋਰਟ ਵੱਲੋਂ ਮਿਲਦੀ ਹੈ, ਨਹੀਂ ਤਾਂ ਉਸ ਬਿਆਨ ਦੀ ਕੋਈ ਰੈਲੇਵੈਂਸ ਨਹੀਂ ਹੁੰਦੀ। ਹੁਣ ਇੱਥੇ ਉਸ ਬਿਆਨ ਦੀ ਕੰਡੀਸ਼ਨ ਇਹ ਹੁੰਦੀ ਹੈ, ਉਹਨੂੰ ਫੁੱਲ ਡਿਸਕਲੋਜ਼ਰ ਕਹਿੰਦੇ ਆ ਕਿ ਆਪਣਾ ਤੁਸੀਂ ਸਾਰਾ ਕੁਝ ਦੱਸੋਗੇ ਕਿ ਅਸੀਂ ਕੀ ਕੀਤਾ, ਕੁਝ ਵੀ ਲੁਕਾਓਗੇ ਨਹੀਂ। ਜੋ ਡਿਟੇਲ ਤੁਹਾਨੂੰ ਤੁਸੀਂ ਜਾਣਦੇ ਹੋ, ਤੁਸੀਂ ਆਪ ਕੀ ਕੀਤਾ, ਮਤਲਬ ਐਕਿਊਜ਼ ਨੇ ਆਪ ਕੀ ਕੀਤਾ ਔਰ ਦੂਜੇ ਲੋਕਾਂ ਨੇ ਕੀ ਕੀਤਾ, ਉਹ ਸਾਰਾ ਕੁਝ ਉਹ ਐਕਿਊਜ਼ ਜੇ ਕੋਰਟ ਨੂੰ ਦੱਸਦਾ ਹੈ, ਉਸ ਤੋਂ ਬਾਅਦ ਕੋਰਟ ਉਹਨੂੰ ਵਾਦਾ ਮਾਫ ਗਵਾਹ ਬਣਾਉਣ ਦੇ ਲਈ ਉਹਦੀ ਅਰਜ਼ੀ ਐਕਸੈਪਟ ਕਰਦੀ ਹੈ। ਸਰ, ਇੱਕ ਤਾਂ ਪਹਿਲਾਂ ਹੀ ਕਈ ਸਾਲਾਂ ਤੋਂ ਬਾਅਦ ਇਹ ਮਾਮਲਾ ਖੁੱਲ੍ਹਿਆ ਤੇ ਪਹਿਲਾਂ ਹੀ ਇਹ ਚੁੱਪ ਰਹੇ, ਤੇ ਹੁਣ ਅਜਿਹਾ ਕੀ ਹੋਇਆ? ਤੁਹਾਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਜ਼ਮੀਰ ਜਾਗੀ ਹੋਵੇ ਜਾਂ ਫਿਰ ਹੁਣ ਇਹਨਾਂ ਨੂੰ ਜਿਹੜੀ ਆਪਣੀ ਅਗਲੀ ਜ਼ਿੰਦਗੀ ਹੈ ਉਹ ਜੇਲ੍ਹ ਦੇ ਵਿੱਚ ਨਜ਼ਰ ਆ ਰਹੀ ਹੋਵੇ, ਜਿਸ ਕਰਕੇ ਇਹ ਤਿਆਰ ਹੋਏ ਨੇ ਕਿ ਹਾਂ ਅਸੀਂ ਹੁਣ ਵਾਦਾ ਮਾਫ ਗਵਾਹ ਬਣਾਂਗੇ? ਪਹਿਲੀ ਗੱਲ ਤਾਂ ਵੇਖੋ ਇਹ ਹੁੰਦੀ ਹੈ ਕਿ ਜੇ ਸੁਮੇਧ ਸਿੰਘ ਸੈਣੀ ਨੇ ਕੋਈ ਗੁਨਾਹ ਕੀਤਾ ਹੈ, ਕਸਟੋਡੀਅਲ ਟੌਰਚਰ ਜਿਹੜਾ ਹੈਗਾ ਹੈ, ਜਾਂ ਬੰਦੇ ਨੂੰ ਕਸਟਡੀ 'ਚ ਮਤਲਬ ਤਸ਼ੱਦਦ ਜਿਹਨੂੰ ਕਹਿੰਦੇ ਤਸ਼ੱਦਦ ਸੁਮੇਧ ਸਿੰਘ ਸੈਣੀ ਵੱਲੋਂ ਕਰਵਾਈ ਗਈ ਹੈ ਔਰ ਕੀਤੀ ਗਈ ਹੈ ਔਰ ਬੰਦੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਹੈ, ਸੋ ਜਿਹੜੇ ਪੁਲਿਸ ਵਾਲਿਆਂ ਦਾ ਉਹਦੇ 'ਚ ਕੋਈ ਰੋਲ ਨਹੀਂ ਸੀ, ਉਹਦੀ ਸਜ਼ਾ ਕਿਉਂ ਭੁਗਤਣ? ਉਹਨਾਂ ਦਾ ਜੇ ਰੋਲ ਘੱਟ ਆਫੈਂਸ ਦੇ ਲਈ ਸੀ ਔਰ ਅੱਜ ਉਹਨਾਂ ਦਾ ਜ਼ਮੀਰ ਜਾਗ ਗਿਆ ਕਿ ਹਾਂ ਅਸੀਂ ਗਲਤ ਕੀਤਾ ਔਰ ਰੱਬ ਨੇ ਸਾਨੂੰ ਇੱਥੇ ਉਸ ਮੁਕਾਮ 'ਤੇ ਖੜਾ ਕਰਤਾ ਕਿ ਅਸੀਂ ਆਪਣੇ ਗੁਨਾਹਾਂ ਦੀ ਸਜ਼ਾ ਫੇਸ ਕਰਾਂਗੇ, ਉਸ ਕਰਕੇ ਉਹ ਸੱਚਾਈ ਸਾਹਮਣੇ ਬਿਆਨ ਕਰਨਾ ਚਾਹੁੰਦੇ ਆ। ਅਤੇ ਮੇਰੇ ਖਿਆਲ ਨਾਲ ਇੱਕ ਬਹੁਤ ਵਧੀਆ ਗੱਲ ਹੈ ਇਸ ਕੇਸ ਦੇ ਵਿੱਚ। ਅਦਰਵਾਈਜ਼ ਸੱਚਾਈ ਸਾਹਮਣੇ ਲਿਆਉਣ ਦੇ ਵਿੱਚ 29 ਸਾਲ ਜਿੱਥੇ ਲੱਗ ਗਏ, ਅੱਜ ਉਹ ਸੱਚਾਈ ਸਾਹਮਣੇ ਆਉਣ ਜਾ ਰਹੀ ਹੈ, ਉਹਦੇ ਨਾਲ ਤਫਤੀਸ਼ ਦੀ ਵੀ ਸਪੀਡ ਵੱਧ ਜੂਗੀ, ਕੇਸ ਛੇਤੀ ਟੂ ਕੋਰਟ ਹੋ ਜਾਊਗਾ, ਜਿਹਨੂੰ ਕਹਿੰਦੇ ਚਲਾਨ ਪੇਸ਼ ਹੋ ਸਕੂਗਾ ਔਰ ਸੁਮੇਧ ਸਿੰਘ ਸੈਣੀ ਵਰਗੇ ਹੋਰ ਅਫਸਰਾਂ ਦੀ ਇਨਵੋਲਵਮੈਂਟ ਵੀ ਸਾਹਮਣੇ ਆ ਜੂਗੀ ਔਰ ਕੇਸ ਅੰਜਾਮ ਤੱਕ ਵੀ ਪਹੁੰਚੂਗਾ। ਫਾਈਨਲੀ ਮੈਂ ਕਹਾਂਗਾ ਇਨਸਾਫ ਵੀ ਮਿਲ ਸਕੂਗਾ। ਔਰ ਇਹਦੇ ਨਾਲ ਇੱਕ ਗੱਲ ਹੋਰ ਹੁੰਦੀ ਹੈ, ਹੋਰ ਵੀ ਜੇ ਕੁਝ ਕੇਸਾਂ ਦੇ ਵਿੱਚ ਪੁਲਿਸ ਵਾਲਿਆਂ ਦਾ ਖਰਾਬ ਰੋਲ ਹੁੰਦਾ ਹੈ, ਇਹੋ ਜਿਹੇ ਕੇਸ ਇੱਕ ਐਗਜ਼ਾਮਪਲ ਬਣ ਜਾਂਦੇ ਆ ਦੂਜੇ ਲੋਕਾਂ ਲਈ ਕਿ ਹਾਂ ਜੇ ਅਸੀਂ ਕੁਝ ਗੁਨਾਹ ਕੀਤਾ ਹੈ, ਜ਼ਰੂਰੀ ਨਹੀਂ ਅਸੀਂ ਉਸ ਚੀਜ਼ ਨੂੰ ਲੁਕੋਈਏ। ਇੱਕ ਝੂਠ 100 ਝੂਠ ਬੁਲਵਾਉਂਦਾ ਹੈ, ਇੱਕ ਗੁਨਾਹ 100 ਗੁਨਾਹ ਕਰਵਾਉਂਦਾ ਹੈ। ਸੋ ਅਸੀਂ ਹੋਰ ਗੁਨਾਹਾਂ ਨੂੰ ਨਾ ਕਰਵਾਈਏ, ਕਰਨ ਦੀ ਜਗ੍ਹਾ ਹੋਰ ਗੁਨਾਹ, ਅਸੀਂ ਉਸ ਚੀਜ਼ ਦਾ ਬੋਝ ਆਪਣੇ ਜ਼ਮੀਰ ਤੋਂ ਚੁੱਕੀਏ, ਜ਼ਮੀਰ ਨੂੰ ਜਗਾਈਏ, ਵਰਦੀ ਦਾ ਧਰਮ ਨਿਭਾਈਏ ਅਤੇ ਸੱਚ ਬੋਲੀਏ। ਸਰ, ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਇਹ 3 ਜੋ ਮੁਲਜ਼ਮ ਸੀ ਉਹ ਵਾਦਾ ਮਾਫ ਗਵਾਹ ਬਣਨ ਨੂੰ ਤਿਆਰ ਨੇ, ਤਾਂ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਬਿਲਕੁਲ ਵੱਧਦੀਆਂ ਨਜ਼ਰ ਆ ਰਹੀਆਂ ਨੇ? ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਤਾਂ ਵਧਣਗੀਆਂ, ਇਹ ਤਾਂ ਮੈਂ ਤੁਹਾਨੂੰ ਅੱਜ ਵੀ ਦੱਸ ਰਿਹਾ। ਮੈਂ ਉਹਨਾਂ ਵਕੀਲਾਂ 'ਚੋਂ ਨਹੀਂ ਹਾਂ ਜਿਹੜਾ ਆਪਣੇ ਕਲਾਇੰਟ ਨੂੰ ਹਾਰਨ ਦੇਵੇ। ਅਸੀਂ ਤਾਂ ਲੜਨਾ ਹੈ, ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਲੜਨਾ ਹੈ ਔਰ ਲੜਾਂਗੇ ਅਖੀਰ ਤੱਕ। ਸਭ ਤੋਂ ਜ਼ਰੂਰੀ ਗੱਲ ਜਿਹੜੀ ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਨੇ, ਉਹ ਮੇਰੀ ਮਿਹਨਤ ਤੋਂ ਬਹੁਤ ਅੱਗੇ ਨੇ। ਮੈਂ ਜਿੰਨੀ ਮਰਜ਼ੀ ਮਿਹਨਤ ਕਰ ਲਾਂ, ਰਿਜ਼ਲਟ ਉਹਨਾਂ ਅਰਦਾਸਾਂ ਨੇ ਦਿਵਾਉਣਾ ਹੈ। ਉਹ ਅਰਦਾਸਾਂ ਨਾ ਬੰਦ ਹੋਈਆਂ ਨਾ ਹੋਣਗੀਆਂ, ਅਤੇ ਮੈਨੂੰ ਦੱਸੋ ਸੁਮੇਧ ਸਿੰਘ ਸੈਣੀ ਬਚ ਕਿਵੇਂ ਜਾਊਗਾ?
ਇਹ ਰੱਬ ਦਾ ਕਰਿਸ਼ਮਾ ਹੈ। ਪਿਛਲੀ ਵਾਰੀ ਜਦੋਂ ਤੁਸੀਂ ਮੇਰੀ ਇੰਟਰਵਿਊ ਲਈ ਸੀ ਨਾ, ਤੁਹਾਨੂੰ ਪਤਾ ਸੀ ਨਾ ਮੈਨੂੰ ਪਤਾ ਸੀ ਕਿ 3 ਜਾਣਿਆਂ ਦਾ ਜ਼ਮੀਰ ਜਾਗੂਗਾ ਤੇ ਉਹ ਆ ਕੇ ਕਹਿਣਗੇ ਜੀ ਅਸੀਂ ਵਾਦਾ ਮਾਫ ਗਵਾਹ ਬਣਨਾ। ਨਾ ਉਹਨਾਂ ਨੇ ਮੈਨੂੰ ਪੁੱਛਿਆ, ਨਾ ਤੁਹਾਨੂੰ ਪੁੱਛਿਆ, ਨਾ ਸਿੱਟ ਨੂੰ ਪੁੱਛਿਆ। ਕਿਸੇ SIT ਦੇ ਮੈਂਬਰ ਨੂੰ ਨਹੀਂ ਪਤਾ ਸੀ, ਉਹ ਤਾਂ ਉਦੋਂ ਪਤਾ ਲੱਗਿਆ ਜਦੋਂ ਇੱਕ ਜਾਣੇ ਨੇ ਜਾ ਕੇ ਅਰਜ਼ੀ ਲਾਤੀ ਔਰ ਜੱਜ ਸਾਹਿਬ ਨੇ ਨੋਟਿਸ ਕੀਤਾ ਕਿ ਵੀ ਆਈਓ ਆਵੇ ਤੇ ਦੱਸੇ ਕਿ ਨੋ ਆਬਜੈਕਸ਼ਨ ਤੁਸੀਂ ਦਿੰਦੇ ਹੋ ਕਿ ਨਹੀਂ ਦਿੰਦੇ। ਸਾਨੂੰ ਤਾਂ ਨਹੀਂ ਪਤਾ ਸੀ। ਇਸ ਤੋਂ ਵੱਡਾ ਰੱਬ ਦਾ ਕਰਿਸ਼ਮਾ ਸੀ ਕੀ ਕਹੀਏ। ਸੋ ਇਸ ਕਰਕੇ ਸੁਮੇਧ ਸਿੰਘ ਸੈਣੀ ਦਾ ਬਚਣਾ ਤਾਂ ਤੁਸੀਂ ਭੁੱਲ ਜਾਓ, ਸੁਮੇਧ ਸਿੰਘ ਸੈਣੀ ਬਚੂਗਾ, ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੂਗੀ ਕਿਉਂਕਿ ਸਜ਼ਾ ਰੱਬ ਨੇ ਦੇਣੀ ਹੈ। ਔਰ ਜੇ ਰੱਬ ਨੇ ਉਹਨੂੰ ਛੱਡਣਾ ਹੁੰਦਾ ਇਹ ਚੀਜ਼ਾਂ ਸ਼ੁਰੂ ਨਾ ਹੁੰਦੀਆਂ। ਸਰ 29 ਸਾਲਾਂ ਬਾਅਦ ਜਿਵੇਂ ਤੁਸੀਂ ਕਿਹਾ ਕੇਸ ਇਹ ਦੁਬਾਰਾ ਖੁੱਲ੍ਹਿਆ ਹੈ, 29 ਸਾਲ ਤੱਕ ਸੁਮੇਧ ਸਿੰਘ ਸੈਣੀ ਦੇ ਦਬਾਅ ਹੇਠ ਇਹ ਮੁਲਜ਼ਮ ਰਹੇ ਜਾਂ ਤਿੰਨੋਂ ਇੰਸਪੈਕਟਰ ਰਹੇ ਅਤੇ 29 ਸਾਲ ਲੱਗ ਗਏ ਜੀ ਇਹਨਾਂ ਨੂੰ ਸੁਮੇਧ ਸਿੰਘ ਸੈਣੀ ਦੇ ਤੁਸੀਂ ਕਹਿ ਸਕਦੇ ਹੋ ਇੱਕ ਔਰੇ 'ਚੋਂ ਬਾਹਰ ਆਉਣ ਦੇ ਲਈ। ਸ਼ੁਕਰ ਹੈ ਹੁਣ ਆ ਗਏ, ਸ਼ੁਕਰ ਹੈ ਹੁਣ ਆਏ। ਔਰ ਹੋਰ ਕਿੰਨੇ ਲੋਕੀ ਅੱਗੇ ਹਿੰਮਤ ਕਰਕੇ ਆਉਣਗੇ, ਮੈਂ ਤਾਂ ਇਸ ਉਮੀਦ 'ਤੇ ਦੇਖ ਰਿਹਾ। ਇਹ ਜੇ ਵਾਦਾ ਮਾਫ ਗਵਾਹ ਬਣ ਜਾਂਦੇ ਹੈ, ਹੋਰ ਸੁਮੇਧ ਸਿੰਘ ਸੈਣੀ ਦੇ ਕਿੰਨੇ ਕੀਤੇ ਝੂਠੇ ਕੇਸ ਸਾਡੇ ਸਾਹਮਣੇ ਆਉਣਗੇ ਔਰ ਕਿੰਨੇ ਹੋਰ ਲੋਕ ਅੱਗੇ ਆ ਕੇ ਸੱਚ ਦੱਸਣਗੇ ਔਰ ਆਪਣੇ ਜ਼ਮੀਰ ਦੇ ਉੱਤੇ ਜਿਹੜੇ ਆਪਣੇ ਜ਼ਮੀਰ ਨੂੰ ਬੇਦਾਗ ਕਰਨਗੇ, ਜਿਉਂਦਾ ਕਰਨਗੇ ਦੁਬਾਰਾ। ਔਰ ਇੱਕ ਰੱਬ ਨੂੰ ਕਹਿੰਦੇ ਕਿ ਰੱਬ ਨੂੰ ਜਾਨ ਦੇਣੀ ਹੈ, ਸੋ ਸਾਡਾ ਵੀ ਰੱਬ ਦੇ ਸਾਹਮਣੇ ਅਸੀਂ ਸ਼ਰਮਿੰਦੇ ਨਾ ਹੋਈਏ, ਆਪਣੀ ਉਸ ਸਿਚੁਏਸ਼ਨ ਤੋਂ ਆਪਣੇ ਆਪ ਨੂੰ ਬਚਾਉਣਗੇ ਕਿ ਰੱਬ ਫਖਰ ਨਾਲ ਕਵੇ ਕਿ ਹਾਂ ਮੇਰੇ ਬੱਚੇ ਹੈ। ਆਫਟਰ ਆਲ ਅਸੀਂ ਸਾਰੇ ਰੱਬ ਦੇ ਬੱਚੇ ਹਾਂ। ਰੱਬ ਕਹਿਣਗੇ ਕਿ ਹਾਂ ਇਹਨਾਂ ਨੇ ਆਪਣਾ ਫਰਜ਼ ਨਿਭਾਇਆ, ਅਖੀਰ ਤਾਂ ਸੱਚ ਬੋਲੇ। ਔਰ ਜਿੱਥੇ ਪੁਲਿਸ ਦਾ ਧਰਮ ਉਹ ਭੁੱਲ ਗਏ ਸੀ, ਅੱਜ ਉਹੀ ਪੁਲਿਸ ਵਾਲੇ ਪੁਲਿਸ ਦਾ ਧਰਮ ਨਿਭਾ ਕੇ ਜਾਣਗੇ, ਆਪਣੀ ਜ਼ਿੰਦਗੀ ਦੇ ਐਂਡ 'ਤੇ ਇਨਸਾਫ ਦਿਵਾ ਕੇ ਜਾਣਗੇ। ਬਹੁਤ ਵੱਡੀ ਗੱਲ ਹੈ। ਇਹਦਾ ਜਿਹੜਾ ਇੱਕ ਟ੍ਰੈਂਡ ਸੈਟਿੰਗ ਚੀਜ਼ ਹੈ, ਇਹ ਸਭ ਤੋਂ ਵੱਡੀ ਹੋਊਗੀ ਕਿ ਹੋਰਾਂ ਨੂੰ ਵੀ ਹਿੰਮਤ ਆਊਗੀ। ਭਾਵੇਂ 29 ਸਾਲ ਲੱਗੇ, ਭਾਵੇਂ ਵੱਧ ਲੱਗੇ, ਅੱਜ ਐਟਲੀਸਟ ਉਹ ਅੱਗੇ ਆਏ, ਇਹ ਮੇਨ ਚੀਜ਼ ਹੈ। ਸਰ ਮੈਂ ਆਖਰੀ ਸਵਾਲ ਪੁੱਛਾਂ ਉਸ ਤੋਂ ਪਹਿਲਾਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਵਾਦਾ ਮਾਫ ਗਵਾਹ ਹੁੰਦਾ ਕੀ ਹੈ। ਦੇਖੋ ਸੈਕਸ਼ਨ 306 CRPC ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਪ੍ਰਿੰਸੀਪਲ ਅਫੈਂਡਰ, ਮੇਨ ਅਕਿਊਜ਼ਡ ਜਿਹੜਾ ਹੁੰਦਾ ਹੈ, ਉਹਨੂੰ ਛੱਡ ਕੇ ਜਿਹੜੇ ਦੂਜੇ ਲੋਕ ਹੁੰਦੇ ਆ ਜਿਨ੍ਹਾਂ ਨੇ ਉਸ ਅਫੈਂਸ ਨੂੰ ਉਸ ਹੱਦ ਤੱਕ, ਉਸ ਮੈਗਨੀਟਿਊਡ ਤੱਕ ਨਹੀਂ ਕੀਤਾ ਹੁੰਦਾ। ਹੁਣ ਜਿਵੇਂ ਇਹ ਗਵਾਹ ਨੇ, ਨਾ ਤਾਂ ਇਹਨਾਂ ਨੇ ਮੁਲਤਾਨੀ ਨੂੰ ਟੌਰਚਰ ਕੀਤਾ ਆਪ, ਨਾ ਇਹਨਾਂ ਨੇ ਉਹਨੂੰ ਡਿਸਪੋਜ਼ ਆਫ ਕੀਤਾ ਹੀ ਉਹਦੀ ਬੋਡੀ, ਨਾ ਉਹਨੂੰ ਮਾਰਿਆ। ਸੋ ਇਹ ਮੇਨ ਅਫੈਂਸ ਜਿਹੜਾ ਹੈਗਾ ਉਹਦਾ ਇਹਨਾਂ ਨੇ ਨਹੀਂ ਕੀਤਾ। ਉਹ ਕਰਨ ਵਾਲਾ ਸੁਮੇਧ ਸਿੰਘ ਸੈਣੀ ਹੈ ਜਿਹਨੇ ਸਾਰਾ ਕਰਵਾਇਆ। ਉਹਦੇ ਵਿੱਚ ਸਜ਼ਾ ਇਹ ਵੀ 120B ਐਡ ਹੋਣ ਕਰਕੇ, ਕ੍ਰਿਮੀਨਲ ਕਨਸਪੀਰੇਸੀ ਦਾ ਸੈਕਸ਼ਨ ਲੱਗਿਆ ਹੋਣ ਕਰਕੇ ਸਜ਼ਾ ਦੇ ਲਈ ਇਹ ਵੀ ਉਨੇ ਹੀ ਬਰਾਬਰ ਆ ਰਹੀ ਹੈ। ਹੁਣ ਉਸ ਕਰਕੇ ਇਹਨਾਂ ਦਾ ਇੱਕ ਮਤਲਬ ਇਹੋ ਜਿਹੇ ਕੇਸ 'ਚ ਇੱਕ ਅਕਿਊਜ਼ਡ ਅੱਗੇ ਆ ਕੇ ਕਹਿੰਦਾ ਜੀ ਮੇਰਾ ਰੋਲ ਬੜਾ ਲਿਮਿਟਿਡ ਸੀ, ਮੈਂ ਮੇਨ ਅਫੈਂਡਰ ਨਹੀਂ ਹਾਂ, ਮੈਂ ਸਾਰੀ ਸੱਚਾਈ ਬਿਆਨ ਕਰਨ ਨੂੰ ਤਿਆਰ ਹਾਂ। ਪ੍ਰੋਸੀਕਿਊਸ਼ਨ ਜੇ ਮੈਨੂੰ ਗਵਾਹ ਬਣਾ ਲਊਗੀ ਔਰ ਕੋਰਟ ਮੈਨੂੰ ਸਜ਼ਾ ਤੋਂ ਮਾਫ ਕਰੂਗੀ ਤੇ ਮੈਂ ਸਾਰੀ ਸੱਚਾਈ ਬਿਆਨ ਕਰ ਦਿਆਂਗਾ, ਜਿਹਦੇ ਨਾਲ ਜਿਹੜੀ ਐਵੀਡੈਂਸ ਦੀ ਵਿੱਚ ਕਮੀ ਹੈ ਜਾਂ ਕੋਈ ਲਿੰਕ ਐਵੀਡੈਂਸ ਜਾਂ ਕੋਈ ਚੇਨ ਨਹੀਂ ਬਣ ਰਹੀ ਕੇਸ ਦੀ, ਉਹ ਸਾਰੀ ਕੇਸ ਮੈਂ ਕੰਪਲੀਟ ਕਰਾ ਦਿਆਂਗਾ ਤਾਂ ਕਿ ਜਿਹੜੇ ਮੇਨ ਅਕਿਊਜ਼ ਨੇ ਉਹ ਆਪਣੇ ਅੰਜਾਮ ਤੱਕ ਪਹੁੰਚ ਸਕਣ, ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਹੁਣ ਇਸ ਕੇਸ ਦੇ ਵਿੱਚ ਕਿਉਂਕਿ 29 ਸਾਲ ਪੁਰਾਣਾ ਕੇਸ ਹੈ, ਸੁਮੇਧ ਸੈਣੀ ਨੇ ਐਵੀਡੈਂਸ ਬਹੁਤ ਡਿਸਟਰੋਏ ਕਰਵਾਤੀ ਅਜੇ, ਹਾਲਾਂਕਿ ਉਹਦੇ 'ਤੇ ਡਿਸਟਰਕਸ਼ਨ ਆਫ ਐਵੀਡੈਂਸ ਦਾ ਵੀ ਸੈਕਸ਼ਨ ਨਹੀਂ ਐਡ ਕੀਤਾ। ਓਬਵੀਅਸਲੀ ਕੱਲ੍ਹ ਹੀ ਕੋਰਟ ਦੇ ਵਿੱਚ ਮੈਂ ਪੁਆਇੰਟ ਰੇਜ਼ ਕੀਤਾ ਸੀ ਔਰ ਪ੍ਰੋਸੀਕਿਊਸ਼ਨ ਨੇ ਵੀ ਮੰਨਿਆ ਕਿ ਹਾਂ ਅਸੀਂ ਡਿਸਟਰਕਸ਼ਨ ਆਫ ਐਵੀਡੈਂਸ ਦਾ ਸੈਕਸ਼ਨ ਨਹੀਂ ਐਡ ਕੀਤਾ ਸੁਮੇਧ ਸੈਣੀ 'ਤੇ। ਸੋ ਇਹਨਾਂ ਵਾਦਾ ਮਾਫ ਗਵਾਹ ਬਣਨ ਦੇ ਨਾਲ ਜੇ ਕੋਰਟ ਇਹਨਾਂ ਦੀ ਅਰਜ਼ੀ ਮਨਜ਼ੂਰ ਕਰਦੀ ਹੈ, ਸੋ ਉਹ ਜਿਹੜੀ ਚੇਨ ਹੈ, ਉਹ ਲਿੰਕ ਐਵੀਡੈਂਸ ਜਿਹੜੀ ਮਿਸਿੰਗ ਹੈ, ਉਹ ਸਾਰੀ ਕੰਪਲੀਟ ਹੁੰਦੀ ਹੈ। ਔਰ ਇਹ ਕਿਉਂਕਿ ਮੇਨ ਅਫੈਂਡਰ ਨਹੀਂ ਹੈ, ਕੋਰਟ ਇਹਨਾਂ ਨੂੰ ਜੇ ਮਾਫੀ ਦੇ ਦਿੰਦੀ ਹੈ, ਸੋ ਉਹਦੇ ਨਾਲ ਕੇਸ ਫਾਈਨਲੀ ਤਫਤੀਸ਼ ਕਨਕਲੂਡ ਹੋਣ ਦੇ ਲਈ ਇੱਕ ਸਪੀਡ ਵੀ ਫੜ ਲੈਂਦੀ ਹੈ ਔਰ ਚਲਾਨ ਪੇਸ਼ ਹੋਣ ਦਾ ਚਲਾਨ ਕੰਪਲੀਟ ਇਨਵੈਸਟੀਗੇਸ਼ਨ ਇਸ ਕੇਸ ਦੀ ਫਿਰ ਹੋ ਸਕੂਗੀ, ਜੋ ਹੁਣ ਤੱਕ ਨਹੀਂ ਹੋ ਪਾ ਰਹੀ ਬਿਕੋਜ਼ ਬਹੁਤ ਚੀਜ਼ਾਂ ਨੇ ਜਿਹੜੀਆਂ ਬਾਹਰ ਹੀ ਨਹੀਂ ਆ ਰਹੀਆਂ, ਕਿਤੇ ਐਵੀਡੈਂਸ ਨਹੀਂ ਹੈ, ਕਿਤੇ ਉਹ ਬੰਦੇ ਨਹੀਂ ਲੱਭ ਰਹੇ। ਸੋ ਇਹ ਜੇ ਸਾਰਾ ਕੁਝ ਸੱਚ, ਇਹਦੀ ਕੰਡੀਸ਼ਨ ਹੀ ਇਹ ਹੁੰਦੀ ਹੈ ਕਿ ਇੱਕ ਫੁੱਲ ਡਿਸਕਲੋਜ਼ਰ ਕੀਤਾ ਜਾਊਗਾ ਕਿ ਬੰਦਾ ਆਪਣਾ ਗੁਨਾਹ ਵੀ ਦੱਸੂਗਾ, ਦੂਜਿਆਂ ਦਾ ਗੁਨਾਹ ਵੀ ਸਾਰਾ ਦੱਸੂਗਾ। ਜੇ ਉਹ ਸਾਰਾ ਦੱਸ ਦਿੰਦੇ ਆ ਤੇ ਕਿਹਦਾ ਕੀ ਰੋਲ ਸੀ ਉਹ ਸਪੈਸੀਫਿਕ ਹੋ ਜੂ, ਜਿਹੜੇ ਅਕਿਊਜ਼ਡ ਆਈਡੈਂਟੀਫਾਈ ਨਹੀਂ ਹੋ ਰਹੇ ਉਹ ਵੀ ਆਈਡੈਂਟੀਫਾਈ ਹੋ ਜਾਣਗੇ। ਸੋ ਮੇਰਾ ਆਖਰੀ ਸਵਾਲ, ਹੁਣ ਇਸ ਮਾਮਲੇ ਦੇ ਵਿੱਚ ਅਗਲੀ ਤਾਰੀਖ ਕੀ ਪਈ ਹੈ ਤੇ ਹੁਣ ਅੱਗੇ ਕੀ ਕੁਝ ਹੋਏਗਾ? ਦੇਖੋ ਤਾਰੀਖ ਤਾਂ ਅਗਲੀ ਕੇਸ ਦੀ 17 ਅਗਸਤ ਹੈ, ਪਰ ਹੁਣ ਪ੍ਰੋਸੀਕਿਊਸ਼ਨ ਨੇ ਐਪਲੀਕੇਸ਼ਨ ਮਤਲਬ ਇਨਵੈਸਟੀਗੇਟਿਵ ਏਜੰਸੀ ਨੂੰ ਐਪਲੀਕੇਸ਼ਨ ਫਾਈਲ ਕਰਨ ਲਈ ਕਿਹਾ ਗਿਆ ਹੈ। ਸੋ ਉਹ ਹੁਣ 17 ਅਗਸਤ ਨੂੰ ਕਰਦੇ ਆ ਜਾਂ ਕਦੋਂ ਕਰਦੇ ਉਹਦੇ 'ਤੇ ਡਿਪੈਂਡ ਕਰੂਗਾ, ਅਗਲੀ ਤਰੀਕ ਇਹ ਹੈ।
ਸੋ ਉਮੀਦ ਕਰਦੇ ਹਾਂ ਕਿ ਉਦੋਂ ਇੱਕ ਇਨਵੈਸਟੀਗੇਟਿਵ ਏਜੰਸੀ ਵੱਲੋਂ ਅਰਜ਼ੀ ਮੂਵ ਹੋਊਗੀ, ਜਿਵੇਂ ਕਿ ਕੋਰਟ ਨੇ ਡਾਇਰੈਕਟ ਕੀਤਾ ਹੈ, ਇਹਨਾਂ ਨੂੰ ਵਾਅਦਾ ਮਾਫ ਕਰਵਾ ਬਣਾਉਣ ਲਈ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਜੇ ਬਾਕੀ ਗੱਲ ਨਾ ਕਰੀਏ, ਸਿੱਧੀ ਜੀ ਗੱਲ ਹੈ ਕਿ 3 ਮੁਲਜ਼ਮਾਂ ਦੇ ਵਾਅਦਾ ਖਿਲਾਫ ਗਵਾਹ ਬਣਨ ਦੇ ਨਾਲ ਬੇਸ਼ੱਕ ਹੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਹੋਇਆ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।